ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਭਰ ਸਰਵਰ ਦਾ 12ਵਾਂ ਅੰਗ। ਇੱਕ ਦਿਨ ਪਤਾ ਨਹੀਂ ਕੀ ਹੋਇਆ, ਅੰਕੁਰ ਨੇ ਸੈਰ ਨੂੰ ਤੁਰੇ ਜਾਂਦੇ ਕਿਰਨ ਦਾ ਹੱਥ ਫੜ ਕੇ ਕਿਹਾ, ਜੇ ਤੂੰ ਮੇਰੀ ਜ਼ਿੰਦਗੀ 'ਚ ਨਾ ਆਉਂਦੀ ਮੇਰਾ ਕੀ ਬਣਦਾ? ਮੈਂ ਨਹੀਂ ਆਉਂਦੀ ਕੋਈ ਹੋਰ ਆ ਜਾਂਦੀ, ਕਿਰਨ ਨੇ ਕਿਹਾ। ਕਿਰਨ, ਹੁਣ ਮੈਨੂੰ ਲੱਗਦਾ ਹੈ ਕਿ ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ। ਐਵੇਂ ਦੀਆਂ ਗੱਲਾਂ ਨਾ ਕਰਿਆ ਕਰੋ। ਫਿਰ ਉਹ ਸੁੰਨਸਾਨ ਸੜਕ ਦੇ ਇੱਕ ਪਾਸੇ ਬਣੇ ਬੈਂਚ ਤੇ ਬੈਠ ਗਏ। ਅੰਕੁਰ ਨੇ ਉਹਦਾ ਹੱਥ ਫੜ ਕੇ ਪੁੱਛਿਆ, ਤੂੰ ਸੱਚਮੁੱਚ ਬਲਦੇਵ ਨੂੰ ਪਸੰਦ ਕਰਦੀ ਸੀ? ਹਾਂ, ਕਦੇ ਮੈਂ ਉਹਨੂੰ ਪਸੰਦ ਕਰਦੀ ਹੁੰਦੀ ਸੀ, ਪਰ ਹੁਣ ਨਹੀਂ, ਕਿਰਨ ਨੇ ਕਿਹਾ। ਖੈਰ, ਹੁਣ ਤਾਂ ਬਲਦੇਵ ਦਾ ਵੀ ਵਿਆਹ ਹੋ ਗਿਆ ਹੈ, ਇਸ ਲਈ ਅਜਿਹੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂ, ਅੰਕੁਰ ਨੇ ਕਿਹਾ। ਦਿਨ ਆਰਾਮ ਨਾਲ ਲੰਘ ਰਹੇ ਸਨ। ਕਿਰਨ ਬੜੀ ਖੁਸ਼ ਸੀ ਕਿ ਅੰਕੁਰ ਵੀ। ਕਿਰਨ ਸਾਰੇ ਵੈਸਟਰਨ ਤੌਰ ਤਰੀਕੇ ਸਿੱਖ ਗਈ ਸੀ, ਕਾਂਟੇ ਛੁਰੀਆਂ ਨਾਲ ਰੋਟੀ ਖਾਣੀ ਸਿੱਖ ਗਈ ਸੀ ਤੇ ਅੰਗਰੇਜ਼ੀ ਵਧੀਆ ਤਰ੍ਹਾਂ ਬੋਲਣਾ ਸਿੱਖ ਗਈ ਸੀ। ਇੱਕ ਦਿਨ ਕਿਰਨ ਦੇ ਫਾਦਰ ਦਾ ਫੋਨ ਕਿਰਨ ਨੂੰ ਆਇਆ ਕਿ ਤੇਰੀ ਮਦਰ ਬਿਮਾਰ ਹੈ, ਆ ਕੇ ਮਿਲ ਜਾ। ਮਾਂ ਦੀ ਬਿਮਾਰੀ ਬਾਰੇ ਸੁਣ ਕੇ ਕਿਰਨ ਜਾਣ ਲਈ ਤਿਆਰ ਹੋ ਗਈ। ਅੰਕੁਰ ਨੇ ਪੁੱਛਿਆ, ਮੈਂ ਨਾਲ ਚੱਲਾਂ? ਕਿਰਨ ਨੇ ਕਿਹਾ, 4 ਹਫ਼ਤਿਆਂ ਦੀ ਤਾਂ ਸਾਰੀ ਗੱਲ ਹੈ, ਇੰਨੇ ਦਿਨ ਜਾ ਕੇ ਕੀ ਕਰੋਗੇ? ਤੁਸੀਂ ਮੇਰੇ ਆਉਣ ਤੋਂ 1 ਹਫ਼ਤਾ ਪਹਿਲਾਂ ਆ ਜਾਇਓ। ਇਸ ਤੋਂ ਮਗਰੋਂ ਸਟੋਰਾਂ ਤੇ ਜਾ ਕੇ ਵਧੀਆ ਚੀਜ਼ਾਂ ਅੰਕੁਰ ਨੇ ਕਿਰਨ ਲਈ ਤੇ ਉਹਦੀ ਭੈਣ ਲਈ ਖਰੀਦੀਆਂ। ਕਿਰਨ ਨੇ ਸਾਰਾ ਸਮਾਨ ਨਾਲ ਲਿਜਾਣ ਵਾਲਾ ਤਿਆਰ ਕਰ ਲਿਆ। ਸਾਰਾ ਟੱਬਰ ਕਿਰਨ ਨੂੰ ਏਅਰਪੋਰਟ ਤੇ ਛੱਡਣ ਆਇਆ। ਅੰਕੁਰ ਉਹਨੂੰ ਬਾਰ-ਬਾਰ ਤਾਕੀਦ ਕਰ ਰਿਹਾ ਸੀ ਕਿ ਆਪਣਾ ਖਿਆਲ ਰੱਖੇ। ਇੱਕ ਵਾਰ ਤਾਂ ਰੋਈ ਪਈ ਤੇ ਉਹਦੇ ਗਲ ਲੱਗ ਗਈ। ਫਿਰ ਆਪਣੇ ਆਪ ਨੂੰ ਸੰਭਾਲਿਆ ਤੇ ਭਰੀਆਂ ਅੱਖਾਂ ਨਾਲ ਅੰਕੁਰ ਵੱਲ ਝਾਕੀ। ਅੰਕੁਰ ਨੇ ਹੱਥ ਫੜ ਕੇ ਆਖਿਆ, ਨਹੀਂ ਜਾਣਾ ਤਾਂ ਆਪਾਂ ਟਿਕਟ ਕੈਂਸਲ ਕਰਾ ਦਿੰਨੇ ਆ। ਕਿਰਨ ਨੇ ਨਾਂ 'ਚ ਸਿਰ ਹਿਲਾਇਆ। ਅੰਕੁਰ ਨੇ ਫਿਰ ਇੰਨਾ ਹੀ ਕਿਰਨ ਨੂੰ ਕਿਹਾ, ਮੈਨੂੰ ਫੋਨ ਕਰਦੀ ਰਹੀ। ਪਰਸ ਮੋਢੇ ਤੇ ਪਾਇਆ ਤੇ ਅਟੈਚੀ ਕੇਸ ਵਾਲੀ ਟਰਾਲੀ ਰੇੜ ਕੇ ਉਧਰ ਨੂੰ ਚਲੀ ਗਈ, ਜਿਸ ਪਾਸੇ ਲਾਈਨ 'ਚ ਲੱਗ ਕੇ ਸਮਾਨ ਸੰਭਾਉਣਾ ਸੀ। ਖਾਲੀ ਟਰਾਲੀ ਛੱਡ ਕੇ ਮੁੜ ਪਰਾਂ ਖੜੇ ਅੰਕੁਰ ਵੱਲ ਝਾਕੀ ਤੇ ਹੱਥ ਹਿਲਾ ਕੇ ਗੇਟ ਲੰਘ ਕੇ ਅੱਖਾਂ ਤੋਂ ਓਝਲ ਹੋ ਗਈ। ਜਿੰਨਾ ਚਿਰ ਜਹਾਜ਼ ਉੱਡ ਨਹੀਂ ਗਿਆ, ਅੰਕੁਰ ਉੱਥੇ ਖੜਾ ਹੀ ਰਿਹਾ। ਘਰ ਆ ਕੇ ਅੰਕੁਰ ਦਾ ਮਨ ਨਾ ਲੱਗਿਆ। ਉਹ ਕਿਚਨ 'ਚ ਕੁਝ ਖਾਣ ਲਈ ਗਿਆ, ਪਰ ਦਿਲ ਹੀ ਨਾ ਕੀਤਾ ਖਾਣ ਨੂੰ। ਫਿਰ ਉਹ ਆਪਣੇ ਕਮਰੇ 'ਚ ਆ ਗਿਆ। ਕਮਰੇ 'ਚ ਵੀ ਉਹਨੂੰ ਘਬਰਾਹਟ ਹੋ ਰਹੀ ਸੀ। ਫਿਰ ਉਹਨੇ ਕੈਪਸੂਲ ਕੱਢਿਆ, ਪਾਣੀ ਨਾਲ ਲੈ ਲਿਆ। ਫਿਰ ਉਹ ਘੂਕ ਸੌਂ ਗਿਆ। ਰਾਤ ਨੂੰ ਉਹਦੀ ਮੰਮਾ ਉਹਨੂੰ ਖਾਣੇ ਤੇ ਬੁਲਾਉਣ ਵਾਸਤੇ ਆਈ। ਕਮਰੇ ਦੇ ਅੰਦਰ ਲਾਈਟ ਜਲਾਈ, ਦੇਖਿਆ ਅੰਕੁਰ ਘੂਕ ਸੁੱਤਾ ਪਿਆ ਸੀ। ਉਹਨੂੰ ਪਤਾ ਸੀ ਉਹਨੇ ਹੁਣ ਖਾਣਾ ਖਾਣ ਲਈ ਨਹੀਂ ਉੱਠਣਾ। ਉਹਨੇ ਲਾਈਟ ਬੁਝਾਈ ਤੇ ਦਰਵਾਜ਼ਾ ਬੰਦ ਕਰ ਦਿੱਤਾ। ਮਾਂ ਨੂੰ ਪਤਾ ਸੀ ਕਿ ਕਿਰਨ ਦੇ ਜਾਣ ਨਾਲ ਉਹ ਉਦਾਸ ਹੋ ਗਿਆ। ਅਗਲੇ ਦਿਨ ਅੰਕੁਰ ਕੰਮ ਤੇ ਨਾ ਗਿਆ। ਉਹਦੀ ਮਾਂ ਨੇ ਸਵੇਰੇ ਆ ਕੇ ਅੰਕੁਰ ਨੂੰ ਪੁੱਛਿਆ, ਤੇਰੀ ਤਬੀਅਤ ਤਾਂ ਠੀਕ ਹੈ? ਮਾਂ ਦੀ ਗੱਲ ਦਾ ਜਵਾਬ ਦੇਣ ਦੀ ਥਾਂ ਅੰਕੁਰ ਕਹਿਣ ਲੱਗਾ, ਕਿਰਨ ਨੂੰ ਫੋਨ ਕਰਕੇ ਪੁੱਛੋ ਕਿ ਉਹ ਕਦੋਂ ਵਾਪਸ ਆ ਰਹੀ ਹੈ। ਮਾਂ ਹੱਸਣ ਲੱਗੀ, ਕਹਿਣ ਲੱਗੀ, ਅਜੇ ਤਾਂ ਉਹ ਗਈ ਹੈ, ਹਾਲੇ ਘਰ ਵੀ ਨਹੀਂ ਪਹੁੰਚੀ ਹੋਣੀ। ਹੁਣੀ ਆਖਦਾ ਹੈ ਪੁੱਛੋ ਵੀ ਉਹ ਕਦੋਂ ਵਾਪਸ ਆਊਗੀ। ਉਹ ਮੇਰਾ ਖਿਆਲ ਤਾਂ ਰੱਖਦੀ ਸੀ ਤੇ ਹਰ ਸਮੇਂ ਮੇਰੇ ਕੋਲ ਤਾਂ ਹੁੰਦੀ ਸੀ। ਮੰਮਾ ਉਹਨੂੰ ਕਹੋ ਜਲਦੀ ਵਾਪਸ ਆ ਜਾਏ, ਅੰਕੁਰ ਜਿਵੇਂ ਡੂੰਘੀ ਆਵਾਜ਼ 'ਚ ਕਹਿ ਰਿਹਾ ਸੀ। ਕੋਈ ਗੱਲ ਨਹੀਂ, 2-4 ਦਿਨ ਤੱਕ ਉਹਨੂੰ ਫੋਨ ਕਰਾਂਗੀ। ਤੂੰ ਦੱਸ ਖਾਣ ਨੂੰ ਕੀ ਦਿਆਂ? ਮੈਂ ਆਪੇ ਬਣਾ ਲਾਂਗਾ ਜੋ ਖਾਣਾ ਹੋਇਆ, ਨਹੀਂ ਤਾਂ ਡੈਡੀ ਬਣਾ ਦੇਣਗੇ। ਤੁਸੀਂ ਤਾਂ ਬਸ ਆਪਣੇ ਪਾਪਾ ਦਾ ਹੀ ਖਿਆਲ ਰੱਖੋ। ਇਹ ਸੁਣ ਕੇ ਸੁਰਿੰਦਰ ਨੂੰ ਸਮਝ ਨਹੀਂ ਸੀ ਲੱਗੀ ਕਿ ਉਹ ਨਾਨਾ ਜੀ ਦਾ ਫਿਕਰ ਕਰ ਰਿਹਾ ਜਾਂ ਆਪਣੇ ਨੈਗਲੈਕਟ ਹੋਣ ਦਾ ਗਿਲਾ ਕਰ ਰਿਹਾ। ਤੇਰੇ ਨਾਨਾ ਜੀ ਦਾ ਸਾਡੇ ਤੋਂ ਬਿਨਾਂ ਕੌਣ ਹੈ? 80 ਸਾਲ ਦੇ ਹੋ ਗਏ ਨੇ, ਹੋਰ ਪਤਾ ਨਹੀਂ ਕਿੰਨਾ ਚਿਰ ਜਿਉਣਗੇ। ਮੈਂ ਉਹਨਾਂ ਨੂੰ ਕਿਵੇਂ ਨੈਗਲੈਕਟ ਕਰ ਸਕਦੀ ਹਾਂ? ਅੰਕੁਰ ਦੀ ਮਾਂ ਨੇ ਮਜਬੂਰੀ ਦੱਸੀ। ਤੁਸੀਂ ਮੈਨੂੰ ਜਾਂ ਡੈਡੀ ਨੂੰ ਨੈਗਲੈਕਟ ਕਰੋ, ਅਸੀਂ ਤੁਹਾਨੂੰ ਕਦੇ ਕੁਝ ਨਹੀਂ ਆਖਾਂਗੇ, ਤੁਹਾਡੀ ਮਰਜ਼ੀ ਹੈ। ਅੰਕੁਰ ਨੇ ਜਦੋਂ ਇਹ ਕਿਹਾ ਤਾਂ ਸੁਰਿੰਦਰ ਨੂੰ ਲੱਗਿਆ ਕਿ ਅੰਕੁਰ ਦਾ ਮੂੰਹ ਕਿੱਡਾ ਬੇਚਾਰਾ ਜਿਹਾ ਹੋ ਗਿਆ। ਅੰਕੁਰ ਦੇ ਮੱਥੇ ਤੇ ਪਿਆਰ ਦਿੰਦੀ ਬੋਲੀ, ਤੂੰ ਮੇਰਾ ਪਿਆਰਾ ਪੁੱਤ ਹੈ, ਮੈਂ ਕਿਤੇ ਵੀ ਹੋਵਾਂ ਖਿਆਲ ਤਾਂ ਤੇਰਾ ਹੀ ਹੁੰਦਾ ਹੈ। ਕਿਉਂ ਝੂਠੀਆਂ ਤਸੱਲੀਆਂ ਦਿੰਦੇ ਹੋ ਮੰਮਾ? ਮੈਨੂੰ ਲੱਗਦਾ ਹੈ ਮੇਰੀ ਤਾਂ ਕਿਸੇ ਨੂੰ ਵੀ ਲੋੜ ਨਹੀਂ। ਡੈਡੀ ਜਦੋਂ ਵੀ ਮਿਲਦੇ ਆ ਹਮੇਸ਼ਾ ਨਾਰਾਜ਼ ਹੁੰਦੇ ਰਹਿੰਦੇ ਆ ਕਿ ਮੈਂ ਕੰਮ ਤੇ ਕਿਉਂ ਨਹੀਂ ਗਿਆ। ਤੁਸੀਂ ਨਾਨਾ ਜੀ ਕੋਲ ਹੀ ਬਿਜ਼ੀ ਹੁੰਦੇ ਹੋ। ਨੋਨੀ ਨੇ ਜੀਵਨ ਸਾਥੀ ਲੱਭ ਲਿਆ, ਮੇਰੀ ਤਾਂ ਕਿਸੇ ਨੂੰ ਫਿਕਰ ਨਹੀਂ। ਹੁਣ ਕਿਰਨ ਵੀ ਮੈਨੂੰ ਛੱਡ ਕੇ ਚਲੀ ਗਈ ਹੈ। ਫਿਕਰ ਕਿਉਂ ਨਹੀਂ ਹੈ ਤੇਰੀ? ਮੇਰੇ ਕਿਹੜਾ 2-4 ਪੁੱਤਰ ਨੇ? ਪਿੰਕੀ ਤਾਂ ਤੈਨੂੰ ਪਿਆਰ ਕਰਦੀ ਹੈ। ਪਿਆਰ ਉਹ ਕਿਸੇ ਨਾਲ ਨਹੀਂ, ਆਪਣੇ ਆਪ ਨਾਲ ਕਰਦੀ ਹੈ। ਇਸੇ ਕਰਕੇ ਉਹਨੂੰ ਦੋਸਤ ਬਣਾਉਣ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ। ਛੱਡ ਇਹ ਗੱਲਾਂ। ਅੱਛਾ, ਅੱਜ ਡਿਨਰ ਸਾਰੇ ਰਲ ਕੇ ਕਰਾਂਗੇ। ਸਾਰਾ ਕੁਝ ਮੈਂ ਆਪ ਤਿਆਰ ਕਰਾਂਗੇ। ਸਭ ਕੁਝ ਤੇਰੇ ਪਸੰਦ ਦਾ ਬਣੇਗਾ। ਨਹੀਂ ਮੰਮਾ, ਅੱਜ ਮੈਂ ਇੱਕ ਫਰੈਂਡ ਨਾਲ ਫਿਲਮ ਦੇਖਣ ਜਾਵਾਂਗਾ, ਲੇਟ ਆਵਾਂਗਾ ਘਰ, ਅੰਕੁਰ ਨੇ ਕਿਹਾ। ਚੰਗਾ, ਤੇਰੀ ਮਰਜ਼ੀ, ਪਰ ਪੀ ਕੇ ਗੱਡੀ ਨਾ ਚਲਾਈ, ਕਿਤੇ ਚਲਾਨ ਹੋ ਜਾਏ।
ਠੀਕ ਹੈ ਆਖ ਕੇ ਅੰਕੁਰ ਨੇ ਟੀਵੀ ਔਨ ਕਰ ਲਿਆ। ਇਹਦਾ ਮਤਲਬ ਸੀ ਮਾਂ ਜਾਵੇ, ਪਰ ਉਹਦਾ ਮਨ ਟੀਵੀ ਦੇਖਣ ਨੂੰ ਵੀ ਨਹੀਂ ਕਰ ਰਿਹਾ ਸੀ। ਉਹਨੇ ਟੀਵੀ ਬੰਦ ਕਰ ਦਿੱਤਾ, ਫਰੈਂਡ ਨਾਲ ਜਾਣ ਲਈ ਤਿਆਰ ਹੋਣ ਲੱਗ ਪਿਆ। ਫਿਰ ਦੋਸਤ ਨੂੰ ਫੋਨ ਕਰ ਦਿੱਤਾ, ਪਰ ਦੋਸਤ ਨੇ ਅੱਗੋਂ ਇਹ ਕਹਿ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਉਹਦੀ ਗਰਲਫ੍ਰੈਂਡ ਅੱਜ ਉਹਦੇ ਕੋਲ ਆਈ ਹੋਈ ਹੈ। ਅੰਕੁਰ ਇਕੱਲਾ ਹੀ ਤਿਆਰ ਹੋ ਕੇ ਘਰ ਤੋਂ ਬਾਹਰ ਨਿਕਲ ਗਿਆ, ਪਰ ਬਾਹਰ ਆ ਕੇ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਜਾਵੇ ਕਿੱਧਰ ਨੂੰ। ਉਹਦਾ ਫਿਲਮ ਇਕੱਲੇ ਦੇਖਣ ਨੂੰ ਮਨ ਨਹੀਂ ਸੀ ਕਰ ਰਿਹਾ। ਫਿਰ ਉਹ ਬੇਮਤਲਬੀ ਸੜਕਾਂ ਦੇ ਇੱਧਰ ਉੱਧਰ ਕਾਰ ਭਜਾਉਂਦਾ ਰਿਹਾ। 1-2 ਘੰਟੇ ਇੰਝ ਹੀ ਘੁੰਮਦਾ ਰਿਹਾ। ਫਿਰ ਉਹਨੂੰ ਖੋਜ ਹੀ ਪਈ। ਉਹ ਘਰ ਨੂੰ ਮੁੜ ਪਿਆ। ਉਹਨੂੰ ਪਤਾ ਹੀ ਨਾ ਲੱਗਾ ਕਦੋਂ ਉਹਨੇ ਕਾਰ ਤੇਜ਼ ਕਰ ਲਈ ਸੀ। ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਦੀ ਕਾਰ ਕਿਸ ਵਿੱਚ ਵੱਜੀ। ਉਹਨੂੰ ਇੰਨਾ ਪਤਾ ਸੀ ਉਹਦਾ ਐਕਸੀਡੈਂਟ ਹੋ ਗਿਆ ਸੀ। ਉਹ ਬੇਹੋਸ਼ ਹੋ ਗਿਆ ਸੀ। ਅਗਲੇ ਦਿਨ ਹੋਸ਼ ਆਉਣ ਤੇ ਉਹਨੇ ਆਪਣੇ ਆਪ ਨੂੰ ਹਸਪਤਾਲ ਦੇ ਕਮਰੇ 'ਚ ਪਿਆ ਦੇਖਿਆ। ਉਹਦੀ ਬਾਡੀ ਤੇ ਕਈ ਥਾਂ ਪੱਟੀਆਂ ਬੰਨੀਆਂ ਸਨ। ਮਮਾ ਉਹਦੇ ਕੋਲ ਹੀ ਬੈਠੀ ਸੀ। ਅੰਕੁਰ ਸ਼ੁਕਰ ਹੈ ਤੂੰ ਬਚ ਗਿਆ, ਅੰਕੁਰ ਦੀ ਮਾਂ ਨੇ ਅੱਖਾਂ ਭਰ ਕੇ ਕਿਹਾ। ਅੰਕੁਰ ਚੁੱਪ ਹੋ ਰਿਹਾ। ਅੰਕੁਰ ਸੋਚ ਰਿਹਾ ਸੀ ਉਹਨੂੰ ਪਤਾ ਹੀ ਨਹੀਂ ਸੀ ਕਿ ਉਹਦਾ ਐਕਸੀਡੈਂਟ ਕਿਵੇਂ ਤੇ ਕਿਸ ਨਾਲ ਹੋਇਆ। ਤੂੰ ਨਸ਼ੇ 'ਚ ਕਾਰ ਚਲਾ ਰਿਹਾ ਸੀ, ਉਹਦੀ ਮਾਂ ਕਹਿ ਰਹੀ ਸੀ, ਪਰ ਉਹਨੂੰ ਤਾਂ ਕੁਝ ਵੀ ਯਾਦ ਨਹੀਂ ਸੀ ਆ ਰਿਹਾ। ਅੰਕੁਰ ਨੇ ਕਿਹਾ ਕਿਰਨ ਨੂੰ ਇਸ ਬਾਰੇ ਨਾ ਦੱਸਿਓ। ਨਹੀਂ ਦੱਸਦੀ, ਪਰ ਉਸ ਨੂੰ ਫੋਨ ਤੇ ਕਹਿ ਦਿੰਨੀ ਆ ਕਿ ਉਹ ਛੇਤੀ ਆ ਜਾਏ। ਫੋਨ ਨਾ ਕਰੋ ਮੰਮਾ, ਵਿਚਾਰੀ ਨੂੰ ਆਪਣੇ ਪਰਿਵਾਰ ਕੋਲੇ ਰਹਿਣ ਦਿਓ। ਉਂਝ ਵੀ 3 ਹਫ਼ਤੇ ਤਾਂ ਲੰਘ ਗਏ ਨੇ, 2 ਹਫ਼ਤੇ ਹੋਰ ਪਏ ਨੇ। ਹਸਪਤਾਲ 'ਚ ਅੰਕੁਰ ਦੇ ਸਾਰੇ ਟੈਸਟ ਹੋਏ। ਪਤਾ ਲੱਗਾ ਕਿ ਉਹ ਨਸ਼ਾ ਕਰਦਾ ਹੈ। ਕਈ ਡਾਕਟਰਾਂ ਨੇ ਇੰਟਰਵਿਊ ਲਈ ਤੇ ਨਤੀਜਾ ਕੱਢਿਆ ਕਿ ਉਹ ਡੀਪ ਡਿਪਰੈਸ਼ਨ ਵਿੱਚ ਹੈ। ਉਹਨੂੰ ਡਿਪਰੈਸ਼ਨ ਦੀਆਂ ਦਵਾਈਆਂ ਦਿੱਤੀਆਂ ਜਾਣ ਲੱਗੀਆਂ। ਹੁਣ ਉਹ ਠੀਕ ਹੋ ਰਿਹਾ ਸੀ। ਹਫ਼ਤੇ ਮਗਰੋਂ ਉਹਨੂੰ ਹਸਪਤਾਲ 'ਚੋਂ ਛੁੱਟੀ ਹੋ ਗਈ, ਪਰ ਉਹਨੂੰ ਡਿਪਰੈਸ਼ਨ ਦੀਆਂ ਦਵਾਈਆਂ ਕੰਟੀਨਿਊ ਕਰਨ ਲਈ ਕਹਿ ਦਿੱਤਾ। ਇੰਡੀਆ ਪਹੁੰਚ ਕੇ ਘਰ ਆ ਕੇ ਕਿਰਨ ਨੇ ਦੇਖਿਆ ਮਾਂ ਉਹਦੀ ਬਿਮਾਰ ਜ਼ਰੂਰ ਸੀ, ਪਰ ਇੰਨੀ ਨਹੀਂ ਕਿ ਉਹਨੂੰ ਅਮਰੀਕਾ ਤੋਂ ਸੱਦਿਆ ਜਾਂਦਾ। ਅਸਲ 'ਚ ਘਰ ਦੇ ਸਾਰੇ ਜੀਆਂ ਦਾ ਕਿਰਨ ਨੂੰ ਮਿਲਣ ਦਾ ਜੀ ਕਰਦਾ ਸੀ, ਸੋ ਉਹਨਾਂ ਨੇ ਮਾਂ ਦੀ ਬਿਮਾਰੀ ਦਾ ਬਹਾਨਾ ਬਣਾਇਆ, ਕਿਉਂਕਿ ਹੋਰ ਕੋਈ ਚਾਰਾ ਵੀ ਨਹੀਂ ਸੀ। ਕਿਰਨ ਨੂੰ ਵੇਖ ਕੇ ਘਰ ਦੇ ਸਾਰੇ ਬਹੁਤ ਖੁਸ਼ ਹੋਏ। ਆਂਢਣਾ ਗੁਆਂਢਣਾ ਵੀ ਉਹਨੂੰ ਮਿਲਣ ਆਈਆਂ। ਸਾਰੇ ਉਹਨੂੰ ਅਮਰੀਕਾ ਬਾਰੇ ਪੁੱਛ ਰਹੇ ਸੀ। ਅਮਰੀਕਾ ਦੀਆਂ ਗੱਲਾਂ ਸੁਣ ਕੇ ਆਉਣ ਵਾਲੇ ਹੈਰਾਨ ਹੁੰਦੇ। ਦੂਸਰੇ ਤੀਸਰੇ ਦਿਨ ਪਤਾ ਨਹੀਂ ਬਲਦੇਵ ਕਿੱਧਰੋਂ ਆ ਗਿਆ ਕਿਰਨ ਨੂੰ ਮਿਲਣ ਲਈ। ਬਲਦੇਵ ਨੇ ਕਿਰਨ ਦੀ ਮਾਂ ਦੇ ਪੈਰੀਂ ਹੱਥ ਲਾਏ। ਕਿਰਨ ਤਾਂ ਹੁਣ ਅੱਗੇ ਨਾਲੋਂ ਵੀ ਸੋਹਣੀ ਹੋ ਗਈ ਸੀ। ਬਲਦੇਵ ਬੈਠਾ ਹੱਸ-ਹੱਸ ਗੱਲਾਂ ਕਰ ਰਿਹਾ ਸੀ। ਸਭ ਤੋਂ ਵਿਹਲੀ ਹੋ ਕੇ ਕਿਰਨ ਨੇ ਬਲਦੇਵ ਨੂੰ ਪੁੱਛਿਆ, ਤੇਰੀ ਵਹੁਟੀ ਕਿੱਥੇ ਹੈ? ਬਲਦੇਵ ਹੱਸ ਕੇ ਕਹਿਣ ਲੱਗਾ, ਭਜਾਤੀ ਆਪਾਂ। ਕੀ ਮਤਲਬ? ਹੈਰਾਨ ਹੋ ਕੇ ਕਿਰਨ ਨੇ ਪੁੱਛਿਆ। ਇਹਦਾ ਜਵਾਬ ਕਿਰਨ ਦੀ ਮਾਂ ਨੇ ਦਿੱਤਾ। ਉਹ ਤਾਂ ਇਹਨੂੰ ਛੱਡ ਕੇ ਚਲੀ ਗਈ ਕਿਉਂਕਿ ਇਹ ਉਹਨੂੰ ਮਾਰਦਾ ਹੁੰਦਾ ਸੀ। ਕਿਰਨ ਨੇ ਪੁੱਛਿਆ, ਕਿਉਂ? ਉਹ ਸੋਹਣੀ ਨਹੀਂ ਸੀ? ਸੋਹਣੀ ਤਾਂ ਸੀ, ਪਰ ਸਾਲੀ 'ਚ ਬੜੀ ਆਕੜ ਸੀ। ਤੇ ਤੈਨੂੰ ਵਹੁਟੀ ਚਾਹੀਦੀ ਸੀ ਜਾਂ ਨੌਕਰਾਣੀ? ਕਿਰਨ ਨੇ ਪੁੱਛਿਆ। ਕਿਰਨ ਨੇ ਕਿਹਾ। ਬਲਦੇਵ ਨੇ ਕਿਰਨ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਪੁੱਛਣ ਲੱਗਾ, ਕਿੰਨਾ ਚਿਰ ਰਹੇਂਗੀ ਕਿਰਨ? ਦੇਖਾਂਗੀ, ਕਿਰਨ ਨੇ ਬੇਪਰਵਾਹੀ ਨਾਲ ਕਿਹਾ। ਕਿਰਨ ਦੀ ਮਾਂ ਚਾਹ ਬਣਾਉਣ ਲਈ ਕਿਚਨ 'ਚ ਚਲੀ ਗਈ ਤੇ ਭੈਣ ਦੁੱਧ ਲੈਣ ਲਈ ਚਲੀ ਗਈ। ਕਿਰਨ ਦੀ ਭੈਣ ਵੱਲ ਵੇਖਦੇ ਹੋਏ ਬਲਦੇਵ ਕਹਿਣ ਲੱਗਾ, ਚੱਲ ਤੂੰ ਤਾਂ ਮੇਰੇ ਨਾਲ ਵਿਆਹ ਨਹੀਂ ਕਰਾਇਆ, ਆਪਣੀ ਭੈਣ ਦਾ ਵਿਆਹ ਹੀ ਕਰਵਾ ਦੇ ਮੇਰੇ ਨਾਲ, ਉਸ ਵਿੱਚ ਹੀ ਤੈਨੂੰ ਲੱਭ ਲਿਆ ਕਰਾਂਗਾ। ਕਿਰਨ ਆਖਣ ਲੱਗੀ, ਬਲਦੇਵ ਤੈਨੂੰ ਸ਼ਰਮ ਨਹੀਂ ਆਉਂਦੀ ਅਜਿਹੀਆਂ ਗੱਲਾਂ ਕਰਦੇ ਹੋਏ? ਤੂੰ ਪੜ੍ਹਿਆ ਲਿਖਿਆ ਇੱਕ ਕਮਾਊ ਮੁੰਡਾ ਹੈ, ਤੈਨੂੰ ਕੁੜੀਆਂ ਦਾ ਕੀ ਘੱਟ ਹੈ? ਅਸਲ 'ਚ ਤਾਂ ਮੈਨੂੰ ਤੂੰ ਹੀ ਚਾਹੀਦੀ ਐ, ਬਾਕੀ ਤਾਂ ਤਰਲੇ ਨੇ। ਪੁਰਾਣੀਆਂ ਗੱਲਾਂ ਛੱਡ, ਆਪਾਂ ਦੋਵੇਂ ਤੇਰੇ ਲਈ ਵਧੀਆ ਕੁੜੀ ਲੱਭਾਂਗੇ। ਨਹੀਂ, ਇਹ ਨਹੀਂ ਹੋ ਸਕਦਾ। ਤੂੰ ਮੈਨੂੰ ਅਮਰੀਕਾ ਸੱਦ ਲੈ ਤਾਂ ਕਿ ਮੈਂ ਤੇਰੇ ਨੇੜੇ ਰਹਿ ਸਕਾਂ, ਬਲਦੇਵ ਨੇ ਕਿਹਾ। ਤੂੰ ਜੇ ਅਮਰੀਕਾ ਚਲਾ ਗਿਆ ਤਾਂ ਮੈਂ ਇੰਡੀਆ ਕਿਹਨੂੰ ਮਿਲਣ ਆਇਆ ਕਰੂੰਗੀ? ਕਿਰਨ ਨੇ ਹੱਸ ਕੇ ਕਿਹਾ। ਤੂੰ ਦੱਸ, ਉੱਥੇ ਤੂੰ ਖੁਸ਼ ਹੈ ਨਾ? ਬਲਦੇਵ ਨੇ ਪੁੱਛਿਆ। ਹਾਂ, ਬਹੁਤ ਖੁਸ਼ ਹਾਂ, ਕਿਰਨ ਨੇ ਕਿਹਾ। ਇਹ ਸੁਣ ਕੇ ਬਲਦੇਵ ਲਾਲ ਪੀਲਾ ਹੋ ਕੇ ਕਹਿਣ ਲੱਗਾ, ਇਹੀ ਗੱਲ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਕੀਤੀ ਜਾਂਦੀ। ਕਿਰਨ ਇਹ ਸੁਣ ਕੇ ਭੈਮਾਨ ਜੀ ਹੋ ਗਈ। ਕਿਰਨ ਦੀ ਮਾਂ 2-4 ਚਾਹ ਦੇ ਕੱਪ ਤੇ ਬਿਸਕਿਟ ਲੈ ਆਈ। ਤੁਸੀਂ ਵੀ ਆ ਜਾਓ ਬੇਜੀ, ਆਪਣਾ ਵੀ ਚਾਹ ਦਾ ਕੱਪ ਇੱਥੇ ਹੀ ਲੈ ਆਓ, ਕਿਰਨ ਨੇ ਕਿਹਾ। ਕਿਰਨ ਦੀ ਮਾਂ ਵੀ ਉਹਨਾਂ ਦੇ ਕੋਲ ਆਪਣਾ ਚਾਹ ਦਾ ਕੱਪ ਲੈ ਕੇ ਬੈਠ ਗਈ। ਉਹ ਤਿੰਨੋਂ ਜਣੇ ਚੁੱਪਚਾਪ ਆਪਣੇ ਖਿਆਲਾਂ 'ਚ ਡੁੱਬੇ ਚਾਹ ਪੀਂਦੇ ਰਹੇ। ਚਾਹ ਪੀਣ ਮਗਰੋਂ ਬਲਦੇਵ ਉੱਠ ਖੜਾ ਹੋਇਆ। ਅੱਛਾ ਚੱਲਦਾ ਆਖ ਕੇ ਉਹਨੇ ਕਿਰਨ ਦੀ ਮਾਂ ਦੇ ਪੈਰੀਂ ਹੱਥ ਲਾਏ। ਸਭ ਦੀ ਸੁੱਖ ਸਾਂਦ ਪੁੱਛ ਕੇ ਰਾਤ ਵੇਲੇ ਉਹ ਸਾਰੇ ਸੌਣ ਲੱਗੇ ਤਾਂ ਕਿਰਨ ਬਿੱਲੋ ਕੋਲ ਆ ਗਈ। ਕਿਰਨ ਨੇ ਪੁੱਛਿਆ, ਬਲਦੇਵ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ, ਤੈਨੂੰ ਪਸੰਦ ਹੈ? ਨਹੀਂ, ਅਸਲ 'ਚ ਤੇਰੇ ਤੋਂ ਬਿਨਾਂ ਉਹਨੂੰ ਕੋਈ ਕੁੜੀ ਪਸੰਦ ਹੀ ਨਹੀਂ ਆ ਸਕਦੀ, ਬਿੱਲੋ ਨੇ ਜਵਾਬ ਦਿੱਤਾ। ਪਰ ਉਹ ਤਾਂ ਤੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੈ, ਕਿਰਨ ਨੇ ਕਿਹਾ। ਪਰ ਮੈਂ ਉਹਨੂੰ ਪਸੰਦ ਨਹੀਂ ਕਰਦੀ ਤੇ ਤੁਸੀਂ ਕਿਉਂ ਮੈਨੂੰ ਇੰਨਾ? ਬਿੱਲੋ ਨੇ ਜਦ ਖਿੱਚ ਕੇ ਕਿਹਾ ਤਾਂ ਕਿਰਨ ਨੂੰ
ਉਹਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਕਹਿਣਾ ਪੈ ਗਿਆ, ਸੌਰੀ ਜੇ ਤੈਨੂੰ ਇਹ ਗੱਲਾਂ ਪਸੰਦ ਨਹੀਂ। ਅਜੇ 2-4 ਦਿਨ ਵੀ ਨਹੀਂ ਹੋਏ ਕਿ ਬਲਦੇਵ ਫੇਰ ਆ ਗਿਆ। ਇਸ ਸਮੇਂ ਕਿਰਨ ਵਰਾਂਡੇ 'ਚ ਇਕੱਲੀ ਸੁੱਤੀ ਪਈ ਸੀ। ਉਹ ਕਿਰਨ ਕੋਲ ਕੁਰਸੀ ਢਾ ਕੇ ਬੈਠ ਗਿਆ। ਉਹਨੂੰ ਸੁੱਤੀ ਹੋਈ ਕਿਰਨ ਬੜੀ ਸੋਹਣੀ ਲੱਗ ਰਹੀ ਸੀ। ਅਚਾਨਕ ਉਹਦੀ ਨਜ਼ਰ ਕਿਰਨ ਦੇ ਮੋਬਾਈਲ ਤੇ ਗਈ। ਬਲਦੇਵ ਨੇ ਫਟਾਫਟ ਉਹ ਮੋਬਾਈਲ ਚੁੱਕ ਕੇ ਆਪਣੀ ਪੈਂਟ ਦੀ ਜੇਬ 'ਚ ਲੁਕੋ ਲਿਆ। ਫਿਰ ਕਿਰਨ ਨੂੰ ਮੋਢੇ ਤੋਂ ਹਿਲਾਉਣ ਕੇ ਜਗਾਉਣ ਲੱਗਿਆ, ਪਰ ਉਹ ਨਾ ਉੱਠੀ। ਫਿਰ ਉਹਨੇ ਕਿਰਨ ਨੂੰ ਆਵਾਜ਼ ਦੇ ਕੇ ਜਗਾਉਣ ਦੀ ਕੋਸ਼ਿਸ਼ ਕੀਤੀ। ਕਿਰਨ ਉਹਦੀ ਆਵਾਜ਼ ਸੁਣ ਕੇ ਇੱਕਦਮ ਉੱਠ ਬੈਠੀ। ਬਲਦੇਵ, ਤੂੰ ਇਸ ਸਮੇਂ ਕੀ ਗੱਲ ਹੈ? ਕਿਰਨ ਨੇ ਬੈਠਦਿਆਂ ਕਿਹਾ। ਕਿਰਨ, ਤੂੰ ਆਖਦੀ ਸੀ ਕਿ ਅਮਰੀਕਾ ਜਾ ਕੇ ਉਹਨੂੰ ਤਲਾਕ ਦੇ ਕੇ ਮੈਨੂੰ ਸੱਦ ਲੈਂਗੀ। ਹੁਣ ਮੈਨੂੰ ਨਹੀਂ ਲੱਗਦਾ ਕਿ ਤੂੰ ਇਉਂ ਕਰੇਂਗੀ। ਮੈਂ ਸਾਰੀ ਉਮਰ ਤੇਰੀ ਉਡੀਕ 'ਚ ਨਹੀਂ ਬੈਠਾ ਰਹਿ ਸਕਦਾ। ਹੁਣ ਤੇਰੀ ਸਲਾਹ ਕੀ ਹੈ? ਬਲਦੇਵ ਨੇ ਪੁੱਛਿਆ। ਮੈਂ ਤਾਂ ਤੈਨੂੰ ਮਿੰਨਤ ਨਾਲ ਆਖਦੀ ਆਂ ਕਿ ਮੈਨੂੰ ਮੇਰੇ ਹਾਲ ਤੇ ਛੱਡ, ਕਿਸੇ ਚੰਗੀ ਕੁੜੀ ਨਾਲ ਵਿਆਹ ਕਰਵਾ ਲੈ, ਕਿਰਨ ਨੇ ਕਿਹਾ। ਮੈਂ ਕਰਵਾ ਕੇ ਤਾਂ ਦੇਖ ਲਿਆ। ਮੈਂ ਹੁਣ ਕਿਸੇ ਨਾਲ ਸੁਖੀ ਨਹੀਂ ਰਹਿ ਸਕਦਾ ਸਿਵਾਏ ਤੇਰੇ, ਬਲਦੇਵ ਨੇ ਕਿਹਾ। ਬਲਦੇਵ, ਇਹ ਨਿਰੀਆਂ ਜਜ਼ਬਾਤੀ ਗੱਲਾਂ ਨਹੀਂ, ਇਹ ਜ਼ਿਆਦਾ ਦੇਰ ਚੱਲਣ ਵਾਲੀਆਂ ਵੀ ਨਹੀਂ। ਤੂੰ ਸਿੱਧੀ ਤਰ੍ਹਾਂ ਇਹ ਕਿਉਂ ਨਹੀਂ ਕਹਿੰਦੀ ਕਿ ਮੈਨੂੰ ਹੁਣ ਤੇਰੀ ਲੋੜ ਨਹੀਂ? ਅਮਰੀਕਾ 'ਚ ਬੈਠੇ ਉਸ ਭਲੇ ਬੰਦੇ ਨੂੰ ਮੇਰੀ ਲੋੜ ਹੈ। ਤੈਨੂੰ ਉਹਦੀ ਜ਼ਿਆਦਾ ਚਿੰਤਾ ਹੈ? ਉਹਨੇ ਖਿੱਚ ਕੇ ਕਿਹਾ। ਇਹ ਸੁਣ ਕੇ ਕਿਰਨ ਚੁੱਪ ਹੀ ਰਹੀ। ਉਹ ਕਹਿਣ ਲੱਗਾ, ਮੇਰਾ ਮਨ ਕਰਦਾ ਹੈ ਕਿ ਤੈਨੂੰ ਤੇ ਆਪਣੇ ਆਪ ਨੂੰ ਖਤਮ ਕਰ ਦਿਆਂ। ਜਿੰਨੀ ਚਿਰ ਤੂੰ ਇੱਥੇ ਐ ਸੋਚ ਲੈ, ਬਸ ਮੇਰੇ ਕੋਲ ਇਹੀ ਰਾਹ ਬਚਿਆ, ਆਖਦਾ ਬਲਦੇਵ ਉੱਠ ਗਿਆ। ਜੇ ਕੋਈ ਸੱਚੀ ਮੁੱਚੀ ਕਿਸੇ ਨੂੰ ਪਿਆਰ ਕਰਦਾ ਹੈ, ਉਹ ਇੰਨਾ ਜ਼ਾਲਮ ਨਹੀਂ ਹੋ ਸਕਦਾ। ਕਿਰਨ ਨੇ ਚੁੱਪੀ ਤੋੜੀ। ਚੱਲ ਫਿਰ ਇੰਜ ਕਰ, ਜਿੰਨਾ ਸਮਾਂ ਤੂੰ ਉੱਥੇ ਰਹਿ ਕੇ ਆਈ ਆਂ ਉਹਨਾਂ ਚਿਰ ਮੇਰੇ ਕੋਲ ਰਹਿ। ਉਹ ਤੋਂ ਮਗਰੋਂ ਸੋਚ ਲਈ, ਇੱਧਰ ਜਾ ਉੱਧਰ ਨਹੀਂ, ਮੈਂ ਨਹੀਂ ਕਰ ਸਕਣਾ। ਇਹ ਸੁਣ ਕੇ ਬਲਦੇਵ ਗੁੱਸੇ 'ਚ ਉੱਥੋਂ ਚਲਾ ਗਿਆ। ਕਿਰਨ ਨੇ ਚੋਰੀ ਸੀਟ ਵਾਪਸੀ ਦੀ ਬੁੱਕ ਕਰਵਾ ਲਈ। ਬਲਦੇਵ ਨੂੰ ਪਤਾ ਲੱਗ ਗਿਆ। ਉਹ ਬੰਦੂਕ ਲੈ ਕੇ ਕਿਰਨ ਕੋਲ ਸਿੱਧਾ ਗਿਆ ਤੇ ਧਮਕਾਉਣ ਲੱਗ ਪਿਆ। ਬਲਦੇਵ ਕਹਿਣ ਲੱਗਾ, ਤੂੰ ਮੈਨੂੰ ਧੋਖਾ ਨਹੀਂ ਦੇ ਸਕਦੀ। ਇਸ ਤਰ੍ਹਾਂ ਨਾਲ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ, ਨਾਲੇ ਛੱਡਾਂਗਾ ਨਹੀਂ ਤੇਰੇ ਉਸ ਨੂੰ। ਰੌਲਾ ਪੈਣ ਦੇ ਡਰੋਂ ਕਿਰਨ ਨੇ ਬਲਦੇਵ ਨੂੰ ਕਸਮਾਂ ਖਾ ਕੇ ਕਿਹਾ ਕਿ ਮੈਂ ਨਹੀਂ ਜਾਂਦੀ ਅਜੇ। ਤੇਰਾ ਫੋਨ ਮੇਰੇ ਕੋਲ ਹੈ, ਲੈ ਫੋਨ, ਤੇ ਅੰਕਲ ਨੂੰ ਕਹਿ ਕਿ ਮੈਂ ਅਜੇ ਨਹੀਂ ਆਉਂਦੀ, ਤੇ ਜੇ ਤੂੰ ਨਹੀਂ ਕਹਿ ਸਕਦੀ ਤਾਂ ਮੈਂ ਹੀ ਕਹਿ ਦਿਆਂ। ਕਿਰਨ ਉਹਦੇ ਕੋਲ ਆਪਣਾ ਫੋਨ ਦੇਖ ਕੇ ਡਰ ਗਈ। ਬਲਦੇਵ ਨੂੰ ਇਸ ਸਮੇਂ ਟਾਲਣ ਲਈ ਕਿਰਨ ਨੇ ਅੰਕੁਰ ਨੂੰ ਫੋਨ ਤੇ ਕਹਿ ਦਿੱਤਾ ਕਿ ਬੇਜੀ ਅਜੇ ਠੀਕ ਨਹੀਂ, ਮੈਂ ਕੁਝ ਦਿਨ ਹੋਰ ਰੁਕ ਕੇ ਆਵਾਂਗੀ। ਇਹ ਕਹਿ ਕੇ ਕਿਰਨ ਨੇ ਫੋਨ ਕੱਟ ਦਿੱਤਾ। ਉਧਰੋਂ ਅੰਕੁਰ ਕਿਰਨ ਨਾਲ ਗੱਲ ਕਰਨਾ ਚਾਹੁੰਦਾ ਸੀ। ਬਲਦੇਵ ਨੇ ਫੋਨ ਸਵਿਚ ਆਫ ਕਰ ਦਿੱਤਾ। ਅੰਕੁਰ ਬਾਰ-ਬਾਰ ਫੋਨ ਕਰ ਰਿਹਾ ਸੀ, ਪਰ ਫੋਨ ਸਵਿਚ ਆਫ ਆ ਰਿਹਾ ਸੀ। ਅੰਕੁਰ ਪਹਿਲਾਂ ਨਾਲੋਂ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ। ਬਲਦੇਵ ਦੇ ਜਾਣ ਮਗਰੋਂ ਕਿਰਨ ਨੂੰ ਸੋਚ ਲੱਗ ਗਈ ਕਿ ਅੰਕੁਰ ਕਿੰਨਾ ਚੰਗਾ ਹੈ ਤੇ ਉਹ ਕੀ ਕਰ ਰਹੀ ਹੈ ਉਸ ਨਾਲ। ਉਹਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕਰੇ ਤਾਂ ਕੀ ਕਰੇ। ਉਹ ਅਜਿਹੇ ਚੱਕਰ 'ਚ ਫਸ ਗਈ ਸੀ ਜਿਸ 'ਚ ਉਹਨੂੰ ਨਿਕਲਣਾ ਅਸੰਭਵ ਲੱਗ ਰਿਹਾ ਸੀ। ਹੁਣ ਜਦੋਂ ਵੀ ਅੰਕੁਰ ਫੋਨ ਕਰਦਾ, ਉਹਦਾ ਫੋਨ ਬੰਦ ਆ ਰਿਹਾ ਹੁੰਦਾ ਸੀ। ਉਹਨੇ ਸੋਚਿਆ ਕਿ ਹੋ ਸਕਦਾ ਹੈ ਉਹਦੀ ਮਾਂ ਜ਼ਿਆਦਾ ਬਿਮਾਰ ਹੋਵੇ, ਹੋਰ ਵਜ੍ਹਾ ਵੀ ਕੀ ਹੋ ਸਕਦੀ ਹੈ, ਪਰ ਮੈਂ ਉਸ ਬਿਨਾਂ ਇੰਨੇ ਦਿਨ ਕਿਵੇਂ ਰਹਿ ਸਕਾਂਗਾ। 4 ਹਫ਼ਤੇ ਬੀਤ ਗਏ। ਅੰਕੁਰ ਦੇ ਡੈਡੀ ਨੇ ਕਿਰਨ ਦੇ ਡੈਡੀ ਨੂੰ ਫੋਨ ਕਰਕੇ ਪੁੱਛਿਆ ਕਿ ਕਿਰਨ ਕਿਉਂ ਨਹੀਂ ਆ ਰਹੀ, ਸਭ ਠੀਕ ਠਾਕ ਤਾਂ ਹੈ। ਕਿਰਨ ਦੇ ਡੈਡੀ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਉਹਨਾਂ ਨੂੰ ਕੀ ਦੱਸੇ। ਫਿਰ ਕਹਿਣ ਲੱਗੇ ਕਿ ਹਾਲੇ ਉਹਦੀ ਮਾਂ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਉਂਝ ਡਰ ਵਾਲੀ ਕੋਈ ਗੱਲ ਨਹੀਂ, ਜੇ ਕਿਰਨ ਚਾਹੇ ਵਾਪਸ ਜਾ ਸਕਦੀ ਹੈ। ਅੰਕੁਰ ਦਾ ਹੁਣ ਕੰਮ ਤੇ ਜਾਣ ਨੂੰ ਘੱਟ ਹੀ ਮਨ ਕਰਦਾ ਸੀ। ਉਹ ਬਹੁਤ ਹੀ ਬੇਚੈਨੀ ਮਹਿਸੂਸ ਕਰ ਰਿਹਾ ਸੀ। ਇੱਕ ਦਿਨ ਅੰਕੁਰ ਨੂੰ ਫੋਨ ਆਇਆ ਤੇ ਦੇਖਿਆ ਨੰਬਰ ਤਾਂ ਕਿਰਨ ਦਾ ਹੈ। ਉਹ ਖੁਸ਼ ਹੋ ਗਿਆ। ਅੰਕੁਰ ਦੇ ਹੈਲੋ ਬੋਲਣ ਤੋਂ ਪਹਿਲਾਂ ਹੀ ਉਧਰੋਂ ਆਵਾਜ਼ ਆਈ, ਅੰਕੁਰ ਸਾਹਿਬ, ਹੁਣ ਤੁਸੀਂ ਕਿਰਨ ਨੂੰ ਭੁੱਲ ਜਾਓ। ਹੁਣ ਕਿਰਨ ਕਦੇ ਵਾਪਸ ਨਹੀਂ ਆਏਗੀ। ਮੈਂ ਬਲਦੇਵ ਬੋਲ ਰਿਹਾ। ਇਹ ਕਹਿ ਕੇ ਫੋਨ ਬੰਦ ਹੋ ਗਿਆ। ਇਹ ਸੁਣ ਕੇ ਅੰਕੁਰ ਦੇ ਜਿਵੇਂ ਸਾਹ ਸੱਤ ਮੁੱਕ ਗਏ। ਅੰਕੁਰ ਦਾ ਜੀ ਕੀਤਾ ਚੋਖੀ ਸਾਰੀ ਸ਼ਰਾਬ ਪੀਵੇ। ਉਹ ਬਲਦੇਵ ਦੀਆਂ ਕਈਆਂ ਗੱਲਾਂ ਨੂੰ ਭੁਲਾ ਦੇਣਾ ਚਾਹੁੰਦਾ ਸੀ। ਉਸ ਅੰਦਰ ਇਹ ਗੱਲਾਂ ਭੰਨ ਤੋੜ ਕਰ ਰਹੀਆਂ ਸਨ। ਉਹਨੇ ਕਾਫੀ ਸਾਰੀ ਸ਼ਰਾਬ ਪੀਤੀ ਤੇ ਨਾਲ ਹੀ ਉਹਨੇ ਡਿਪਰੈਸ਼ਨ ਦੀਆਂ ਗੋਲੀਆਂ ਦੀ ਸ਼ੀਸ਼ੀ ਮੂੰਹ 'ਚ ਉਲਟਾ ਲਈ। ਹੁਣ ਉਹ ਜਿਵੇਂ ਸਮੁੰਦਰ 'ਚ ਘੁੰਮਣ ਘੇਰੀਆਂ ਖਾਂਦਾ ਹੇਠਾਂ ਹੀ ਹੇਠਾਂ ਜਾ ਰਿਹਾ ਸੀ ਤੇ ਫਿਰ ਜਿਵੇਂ ਉਹਨੂੰ ਗੂੜੀ ਨੀਂਦ ਆ ਗਈ। ਸਵੇਰੇ ਉਹਦੀ ਮਾਂ ਅੰਕੁਰ ਦੇ ਕਮਰੇ 'ਚ ਬੈੱਡ ਟੀ ਲੈ ਕੇ ਆਈ। ਉਹਨੇ ਚਾਹ ਦਾ ਕੱਪ ਬੈੱਡ ਦੇ ਸਿਰਹਾਣੇ ਰੱਖ ਕੇ ਅੰਕੁਰ ਨੂੰ ਆਵਾਜ਼ ਮਾਰ ਕੇ ਜਗਾਇਆ। ਜਦੋਂ ਨਹੀਂ ਉੱਠਿਆ ਉਹਨੂੰ ਹਿਲਾਇਆ। ਉਸ 'ਚ ਕੋਈ ਹਿਲਜੁਲ ਨਾ ਵੇਖ ਕੇ ਉਹਨੇ ਅੰਕੁਰ ਦੇ ਮੱਥੇ ਤੇ ਹੱਥ ਰੱਖਿਆ। ਦੇਖਿਆ ਮੱਥਾ ਠੰਡਾ ਠਾਰ ਸੀ। ਉਹਨੇ ਘਬਰਾ ਕੇ ਚੀਕ ਮਾਰ ਦਿੱਤੀ। ਉਹਦੀ ਚੀਕ ਸੁਣ ਕੇ ਕੁਲਦੀਪ ਦੌੜਿਆ ਆਇਆ। ਉਹ ਅੰਕੁਰ ਨੂੰ ਵੇਖ ਕੇ ਘਬਰਾ ਗਿਆ ਤੇ ਉਹਨੇ ਦੇਖਿਆ ਕਿ ਅਜੇ ਅੰਕੁਰ 'ਚ ਸਾਹ ਸੱਤ ਕੋਈ ਬਾਕੀ ਸੀ। ਕੁਲਦੀਪ ਨੇ ਐਂਬੂਲੈਂਸ ਨੂੰ ਫੋਨ ਕੀਤਾ। ਅੰਕੁਰ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਅੰਕੁਰ ਨੂੰ
ਡਿਪਰੈਸ਼ਨ ਦੀਆਂ ਓਵਰਡੋਜ਼ ਗੋਲੀਆਂ ਨਾਲ ਮਰਿਆ ਡਿਕਲੇਅਰ ਕਰ ਦਿੱਤਾ ਗਿਆ। ਅੰਕੁਰ ਦੀ ਮਾਂ ਗਸ਼ ਖਾ ਕੇ ਡਿੱਗ ਗਈ। ਡਾਕਟਰ ਨੇ ਉਹਦੀ ਮਾਂ ਨੂੰ ਇੰਜੈਕਸ਼ਨ ਲਾਇਆ। ਉਹਨੂੰ ਡਾਕਟਰ ਨੇ ਕੁਲਦੀਪ ਨਾਲ ਘਰ ਭੇਜ ਦਿੱਤਾ ਤੇ ਅੰਕੁਰ ਦੀ ਬਾਡੀ ਪੋਸਟਮਾਰਟਮ ਲਈ ਹਸਪਤਾਲ 'ਚ ਰੱਖ ਲਈ ਗਈ। ਘਰ ਆ ਕੇ ਕੁਲਦੀਪ ਨੇ ਨੋਨੀ ਨੂੰ ਫੋਨ ਕੀਤਾ। ਫੋਨ ਤੇ ਬਸ ਇੰਨਾ ਹੀ ਆਖਿਆ, ਨੋਨੀ ਅੰਕੁਰ ਚਲਾ ਗਿਆ। ਕਿੱਥੇ ਚਲਾ ਗਿਆ? ਨੋਨੀ ਨੂੰ ਸਮਝ ਨਾ ਆਈ। ਕੁਲਦੀਪ ਨੇ ਬੜੀ ਮੁਸ਼ਕਲ ਨਾਲ ਕਿਹਾ, ਉਹ ਮਰ ਗਿਆ। ਇੱਕਦਮ ਕਿਵੇਂ ਹੋ ਗਿਆ? ਨੋਨੀ ਨੇ ਰੋਣ ਹਾਕੀ ਹੋ ਕੇ ਪੁੱਛਿਆ। ਲੱਗਦਾ ਉਹਨੇ ਸੁਸਾਈਡ ਕੀਤੀ ਹੈ, ਕੁਲਦੀਪ ਨੇ ਕਿਹਾ। ਇਹ ਸੁਣ ਕੇ ਨੋਨੀ ਜਿਵੇਂ ਸੁੰਨ ਹੋ ਗਈ। 10 ਘੰਟੇ ਦੀ ਫਲਾਈਟ ਮਗਰੋਂ ਜਦੋਂ ਘਰ ਪਹੁੰਚੀ ਤਾਂ ਮਾਪਿਓ ਦਾ ਹਾਲ ਵੇਖ ਕੇ ਡਰ ਜੀ ਗਈ। ਨੋਨੀ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਆਖ ਕੇ ਉਹਨਾਂ ਨੂੰ ਦਿਲਾਸਾ ਦੇਵੇ। ਕਿਰਨ ਨੂੰ ਇਨਫੋਰਮ ਕਰ ਦਿੱਤਾ। ਕਿਰਨ ਦਾ ਫੋਨ ਤਾਂ ਬੰਦ ਆ ਰਿਹਾ। ਕਿਰਨ ਦੇ ਪਾਪਾ ਨੂੰ ਦੱਸ ਦਿੱਤਾ, ਕੁਲਦੀਪ ਨੇ ਦੱਸਿਆ। ਤੇ ਇੰਦਰਾ ਆਂਟੀ ਨੂੰ ਦੱਸ ਦਿੱਤਾ? ਨੋਨੀ ਨੇ ਪੁੱਛਿਆ। ਹਾਂ, ਉਹਨਾਂ ਨੂੰ ਵੀ ਕਰ ਦਿੱਤਾ, ਕੁਲਦੀਪ ਨੇ ਦੱਸਿਆ। ਹੁਣ ਕਿਸੇ ਕੋਲ ਆਖਣ ਨੂੰ ਕੁਝ ਵੀ ਨਹੀਂ ਸੀ। ਨੋਨੀ ਨੇ ਵੀ ਕਿਰਨ ਨੂੰ ਫੋਨ ਕੀਤਾ। ਉਹਦਾ ਫੋਨ ਬੰਦ ਆ ਰਿਹਾ ਸੀ। ਨੋਨੀ ਨੇ ਪਾਪਾ ਨੂੰ ਪੁੱਛਿਆ, ਪੋਸਟਮਾਰਟਮ 'ਚ ਕੀ ਪਤਾ ਲੱਗਿਆ? ਇਹੀ ਕਿ ਡਿਪਰੈਸ਼ਨ ਦੀਆਂ ਗੋਲੀਆਂ ਦੀ ਪੂਰੀ ਸ਼ੀਸ਼ੀ ਲੈਣ ਨਾਲ ਉਹਦੀ ਮੌਤ ਹੋਈ, ਕੁਲਦੀਪ ਨੇ ਦੱਸਿਆ। ਸੰਸਕਾਰ ਕਦੋਂ ਕਰਨਾ ਹੈ? ਪੁਲਿਸ ਨੇ ਕਿਰਨ ਤੋਂ ਕੰਸੈਂਟ ਮੰਗਵਾ ਲਈ ਹੈ। ਐਤਵਾਰ ਤੱਕ ਕਿਰਨ ਨੂੰ ਉਡੀਕਾਂਗੇ, ਨਹੀਂ ਤਾਂ ਸੰਸਕਾਰ ਕਰ ਦਿਆਂਗੇ, ਕੁਲਦੀਪ ਨੇ ਦੱਸਿਆ। ਅੰਕੁਰ ਦਾ ਸੰਸਕਾਰ ਹੋ ਗਿਆ। ਕਿਰਨ ਤੇ ਉਹਦੇ ਪਰਿਵਾਰ 'ਚੋਂ ਕੋਈ ਵੀ ਨਾ ਪਹੁੰਚਿਆ। ਸੰਸਕਾਰ ਤੋਂ ਬਾਅਦ ਕਿਰਨ ਦੇ ਪਾਪਾ ਨੂੰ ਫੋਨ ਤੇ ਦੱਸਿਆ ਗਿਆ ਕਿ ਪਾਠ ਤੇ ਭੋਗ ਪੈਣ ਤੱਕ ਅਸੀਂ ਕੀਰਤਪੁਰ ਪੁੱਜ ਜਾਵਾਂਗੇ। ਇਹਦਾ ਮਤਲਬ ਸੀ ਕਿ ਤੁਸੀਂ ਵੀ ਕੀਰਤਪੁਰ ਪਹੁੰਚ ਜਾਣਾ। ਇੰਦਰਾ ਨੂੰ ਵੀ ਫੋਨ ਤੇ ਦੱਸ ਦਿੱਤਾ ਗਿਆ। ਮਿੱਥੇ ਹੋਏ ਦਿਨ ਅਮਰੀਕਾ ਤੋਂ ਇੰਡੀਆ ਪਹੁੰਚ ਕੇ ਜਦੋਂ ਤਿੰਨੇ ਜਣੇ ਕੀਰਤਪੁਰ ਪਹੁੰਚੇ ਤਾਂ ਇੰਦਰਾ ਪਹਿਲਾਂ ਹੀ ਪਹੁੰਚੀ ਸੀ। ਸੁਰਿੰਦਰ ਤੇ ਇੰਦਰਾ ਇੱਕ ਦੂਜੇ ਦਾ ਹੱਥ ਫੜੀ ਰੋ ਰਹੀਆਂ ਸਨ। ਨੂਨੀ ਵੀ ਰੋ ਰਹੀ ਸੀ ਤੇ ਉਹਨੇ ਫੁੱਲਾਂ ਵਾਲੀ ਪੋਟਲੀ ਵੱਲ ਤੱਕ ਕੇ ਕਿਹਾ, ਵੀਰਾ ਅੱਜ ਅਸੀਂ ਤੈਨੂੰ ਇੱਥੇ ਛੱਡ ਜਾਵਾਂਗੇ। ਫੁੱਲ ਜਲ ਪ੍ਰਵਾਹ ਕਰਦੇ ਸਮੇਂ ਕੁਲਦੀਪ ਵੀ ਰੋ ਪਿਆ। ਉਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਾ ਕੇ ਕਿ ਹੇ ਪਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਦੇਈਂ, ਗੁਰਦੁਆਰੇ ਤੋਂ ਬਾਹਰ ਆ ਗਏ। ਕਿਰਨ ਤੇ ਕਿਰਨ ਦੇ ਪਰਿਵਾਰ ਦਾ ਕੋਈ ਵੀ ਨਾ ਪਹੁੰਚਿਆ। ਇੰਦਰਾ ਨੇ ਕਿਰਨ ਬਾਰੇ ਪੁੱਛਿਆ। ਕੁਲਦੀਪ ਨੇ ਕਿਹਾ ਕਿ ਉਹ ਬੜੀ ਬਿਮਾਰ ਹੈ। ਗੁਰਦੁਆਰੇ ਤੋਂ ਬਾਹਰ ਆ ਕੇ ਕੁਲਦੀਪ ਨੇ ਇੰਦਰਾ ਨੂੰ ਕਿਹਾ, ਤੁਸੀਂ ਨੋਨੀ ਤੇ ਸੁਰਿੰਦਰ ਨੂੰ ਆਪਣੇ ਨਾਲ ਲੈ ਜਾਓ, ਮੈਂ ਬਾਅਦ 'ਚ ਤੁਹਾਡੇ ਕੋਲ ਪਹੁੰਚ ਜਾਵਾਂਗਾ। ਕੁਲਦੀਪ ਨੇ ਨੋਨੀ ਨੂੰ ਕਿਹਾ, ਤੂੰ ਮੰਮਾ ਨਾਲ ਜਾ, ਮੈਂ ਇੱਥੇ ਰੁਕ ਕੇ ਆਵਾਂਗਾ। ਉਹ ਤਿੰਨੋਂ ਡਰਾਈਵਰ ਦੇ ਨਾਲ ਪਟਿਆਲੇ ਵੱਲ ਚੱਲ ਪਈਆਂ। ਉਧਰ ਕੁਲਦੀਪ ਮੁੜ ਗੁਰਦੁਆਰੇ ਜਾ ਕੇ ਪਤਾ ਨਹੀਂ ਕੀ ਸੋਚਦਾ ਰਿਹਾ। ਅਸਮਾਨ ਵੱਲ ਝਾਕਿਆ, ਬੱਦਲ ਹੋਏ ਪਏ ਸਨ। ਉਹ ਹੌਲੀ-ਹੌਲੀ ਪੁਲ ਉੱਪਰੋਂ ਦੀ ਤੁਰਦਾ ਦਰਿਆ ਦੇ ਪਰਲੇ ਸੁੰਨਸਾਨ ਕੰਢੇ ਤੇ ਪਹੁੰਚ ਗਿਆ। ਉੱਥੇ ਉਹ ਖੱਬੇ ਨੂੰ ਮੁੜ ਕੇ ਦਰਿਆ ਦੇ ਇਸ ਪਾਸੇ ਕੁਝ ਚਿਰ ਪਾਣੀ ਦੇ ਨਾਲ-ਨਾਲ ਤੁਰਦਾ ਰਿਹਾ। ਅਸਲ 'ਚ ਉਹ ਆਪਣੇ ਪੁੱਤਰ ਨਾਲ ਗੱਲਾਂ ਕਰਨਾ ਚਾਹੁੰਦਾ ਸੀ, ਜਿਸ ਨੂੰ ਉਹ ਅੱਜ ਹਮੇਸ਼ਾ ਲਈ ਇੱਥੇ ਛੱਡ ਚੱਲਿਆ ਸੀ। ਕੁਝ ਦੂਰ ਜਾ ਕੇ ਇੱਕ ਸੁੰਨਸਾਨ ਜੀ ਥਾਂ ਤੇ ਉਹ ਦਰਿਆ ਦੇ ਕੰਢੇ ਬੈਠ ਗਿਆ ਤੇ ਮਨ ਹੀ ਮਨ ਆਪਣੇ ਬੇਟੇ ਨੂੰ ਕਹਿ ਰਿਹਾ ਸੀ, ਅੰਕੁਰ ਬੇਟੇ, ਮੈਂ ਤੇਰਾ ਖਿਆਲ ਨਾ ਰੱਖ ਸਕਿਆ, ਮਾਫ ਕਰ ਦੇ ਮੈਨੂੰ। ਮੈਂ ਜਾਣਦਾ ਤੂੰ ਆਪਣੀ ਹਰ ਔਖ ਨਸ਼ੇ 'ਚ ਡੁਬੋਣ ਦੀ ਕੋਸ਼ਿਸ਼ ਕਰਦਾ ਰਿਹਾ। ਮੈਂ ਤੇ ਤੇਰੀ ਮੰਮਾ ਆਪਣੇ ਕੰਮਾਂ 'ਚ ਉਲਝੇ ਰਹੇ। ਸਾਨੂੰ ਮਾਫ ਕਰ ਦੇ ਬੇਟੇ। ਇਹ ਸੋਚਦਿਆਂ ਕੁਲਦੀਪ ਦੀਆਂ ਅੱਖਾਂ ਭਰ ਆਈਆਂ। ਉਹਨੂੰ ਲੱਗਿਆ ਕਿ ਉਹਦਾ ਬੇਟਾ ਦਰਿਆ 'ਚ ਹੀ ਕਿਧਰੇ ਲੰਘਿਆ ਜਾ ਰਿਹਾ ਹੈ। ਇਹਨੇ ਨੂੰ ਕੁਲਦੀਪ ਨੇ ਦੇਖਿਆ, ਸਾਹਮਣੇ ਦੂਰੋਂ ਕੋਈ ਸਾਧੂ ਤੁਰਿਆ ਆ ਰਿਹਾ ਸੀ। ਭਗਵੇਂ ਕੱਪੜਿਆਂ ਵਾਲਾ, ਜਟਾਧਾਰੀ, ਖੁੰਡਾ ਹੱਥ ਫੜੀ, ਤਕੜਾ, ਉੱਚਾ, ਲੰਮਾ ਬਜ਼ੁਰਗ ਸਾਧੂ ਉਸ ਵਾਲੀ ਤੁਰਿਆ ਆ ਰਿਹਾ ਸੀ। ਜਦੋਂ ਸਾਧੂ ਨੇੜੇ ਪਹੁੰਚ ਗਿਆ ਤਾਂ ਕੁਲਦੀਪ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਸਾਧੂ ਉਹ ਤੋਂ ਕੁਝ ਵਿੱਥ ਤੇ ਖੜਾ ਹੋ ਗਿਆ ਤੇ ਫਿਰ ਉਸ ਕੋਲ ਆ ਕੇ ਬੈਠ ਗਿਆ ਤੇ ਪੁੱਛਣ ਲੱਗਾ, ਕਿਸੇ ਛੋੜਨੇ ਆਏ ਹੋ ਭਗਤਾ, ਮਾਤਾ ਜਾਂ ਪਿਤਾ ਕੋ? कुलदीप ने दसिया, महाराज बेटे को। कलयुग है, कलयुग। बेटा बाप को नहीं, उल्टा बाप बेटे को छोड़ने आया। क्या बात, घर की छत टूट गई या जमीन नीचे धस गई या दीवारें फट गई थी? साधु ने पूछा। कुलदीप नूं गल दी समझ ना लगी। कहन लगा, पता नहीं महाराज की होया। घोंसला तो पक्षी भी बना लेते हैं, तुम उस रूह को घर भी ना दे सके। साधु ने कहा, महाराज सानू तो बेटे दी समझ ही नहीं लगी, वो नशे करन लग पिया सी। क्यों? वो अपने को भूलना चाहता था क्या? अपने वालों तो असी कुछ गलत नहीं कर रहे सी महाराज। हाँ, आज हर मानव अपने ही चारों तरफ घूम रहा है और तेज, पता नहीं अपने आप को ढूंढने के लिए या अपने आप को भुलाने के लिए। फिर उसको सारी सृष्टि घूमती प्रतीत होती है।
इसी चक्र में कुछ भी साफ सुनाई नहीं देता, ना ही इस चक्र भी उसे बाहर निकल सकता। घूमता घूमता ही कहीं ना कहीं इंसान गिर पड़ता है। अब तुम दुखी मत हो, उस थकी रूह को आराम करने दो, साधु ने कहा। ਕੁਲਦੀਪ ਦਰਿਆ ਦੇ ਕੰਢੇ ਤੋਂ ਉੱਠ ਕੇ ਖੜਾ ਹੋਇਆ। ਸਾਧੂ ਨੂੰ ਨਮਸਕਾਰ ਕਰ ਉਹ ਟੈਕਸੀ ਲੈਣ ਲਈ ਤੁਰ ਪਿਆ। ਹੌਲੀ ਹੌਲੀ ਤੁਰਦਾ ਉਹ ਪੁਲ ਪਾਰ ਕਰ ਗਿਆ। ਉਹਨੇ ਪਿੱਛੇ ਮੁੜ ਕੇ ਦੇਖਿਆ, ਸਾਧੂ ਉੱਥੇ ਨਹੀਂ ਸੀ। ਉਹਨੇ ਆਲੇ ਦੁਆਲੇ ਵੀ ਦੇਖਿਆ, ਪਰ ਸਾਧੂ ਕਿਤੇ ਵੀ ਨਜ਼ਰ ਨਾ ਆਇਆ। ਟੈਕਸੀ 'ਚ ਬੈਠ ਕੇ ਪਟਿਆਲੇ ਜਾਣ ਦੀ ਥਾਂ ਉਹਨੇ ਟੈਕਸੀ ਵਾਲੇ ਨੂੰ ਨਵਾਂ ਸ਼ਹਿਰ ਚੱਲਣ ਲਈ ਆਖਿਆ। ਨਵਾਂ ਸ਼ਹਿਰ ਪਹੁੰਚਣ ਤੱਕ ਮਨ ਹੀ ਮਨ ਉਹਨੇ ਕਿਰਨ ਨਾਲ ਕਿੰਨੀਆਂ ਹੀ ਗੱਲਾਂ ਕੀਤੀਆਂ। ਉਹ ਕਿਰਨ ਨੂੰ ਪੁੱਛਣਾ ਚਾਹੁੰਦਾ ਸੀ ਕਿ ਤੂੰ ਅੰਕੁਰ ਨੂੰ ਛੱਡ ਕੇ ਕਿਉਂ ਆ ਗਈ? ਤੈਨੂੰ ਕੋਈ ਪ੍ਰੋਬਲਮ ਸੀ ਤਾਂ ਮੈਨੂੰ ਦੱਸ ਦੇ। ਅੰਕੁਰ ਤਾਂ ਤੈਨੂੰ ਬਹੁਤ ਚਾਹੁੰਦਾ ਸੀ। ਇੰਨੇ ਨੂੰ ਉਹ ਕਿਰਨ ਦੇ ਘਰ ਪਹੁੰਚ ਗਿਆ। ਘੰਟੀ ਵਜਾਈ। ਨੌਕਰ ਨੇ ਬੂਹਾ ਖੋਲ ਕੇ ਉਹਨੂੰ ਡਰਾਇੰਗ ਰੂਮ 'ਚ ਬਿਠਾਇਆ ਤੇ ਪੁੱਛਿਆ, ਚਾਹ ਲਓਗੇ ਕਿ ਠੰਡਾ? ਅਜੇ ਕੁਛ ਨਹੀਂ, ਕੁਲਦੀਪ ਨੇ ਕਿਹਾ। ਇੰਨੇ ਨੂੰ ਕਿਰਨ ਦੇ ਪਾਪਾ ਵੀ ਆ ਗਏ। ਕੁਲਦੀਪ ਨੇ ਉੱਠ ਕੇ ਹੱਥ ਮਿਲਾਇਆ, ਫਿਰ ਉਹ ਦੋਵੇਂ ਆਮੋ ਸਾਹਮਣੇ ਬੈਠ ਗਏ। ਕੁਲਦੀਪ ਦੀਆਂ ਅੱਖਾਂ 'ਚ ਪਾਣੀ ਭਰ ਆਇਆ। ਉਹਨੇ ਕੋਟ ਦੀ ਜੇਬ 'ਚੋਂ ਰੁਮਾਲ ਕੱਢ ਕੇ ਅੱਖਾਂ ਪੂੰਝੀਆਂ। ਕਿਰਨ ਦੇ ਪਾਪਾ ਦੇ ਮਨ 'ਚ ਹਰਖ ਸੀ। ਉਹਨਾਂ ਨੇ ਕੁਲਦੀਪ ਨੂੰ ਕਿਹਾ, ਜਦੋਂ ਤੁਹਾਨੂੰ ਪਤਾ ਸੀ ਤੁਹਾਡਾ ਲੜਕਾ ਨਸ਼ੇ ਕਰਦਾ ਹੈ, ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਮੰਗ ਕੇ ਉਹਦੀ ਜ਼ਿੰਦਗੀ ਕਿਉਂ ਬਰਬਾਦ ਕੀਤੀ? ਕੁਲਦੀਪ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਕੁਲਦੀਪ ਨੇ ਬਸ ਇੰਨਾ ਹੀ ਕਿਹਾ, ਪਰ ਕਿਰਨ ਨੇ ਕਦੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਸਾਡੇ ਕੋਲ ਨਹੀਂ ਕੀਤੀ। ਉਹ ਅੰਕੁਰ ਦਾ ਬਹੁਤ ਹੀ ਖਿਆਲ ਰੱਖਦੀ ਸੀ। ਫਿਰ ਹੁਣ ਕਾਸ ਲਈ ਆਏ ਹੋ? ਕਿਰਨ ਦੇ ਪਾਪਾ ਨੇ ਪੁੱਛਿਆ। ਮੈਂ ਕਿਰਨ ਦਾ ਪਤਾ ਕਰਨ ਆਇਆ ਕਿ ਉਹ ਅੰਕੁਰ ਦੀ ਮੌਤ ਤੇ ਵੀ ਨਾ ਆਈ ਤੇ ਨਾ ਹੀ ਫੁੱਲ ਪਾਉਣ ਵੇਲੇ, ਕੁਲਦੀਪ ਨੇ ਕਿਹਾ। ਇਹ ਸੁਣ ਕੇ ਕਿਰਨ ਦੇ ਪਾਪਾ ਨੇ ਕਿਹਾ, ਸ਼ੁਕਰ ਹੈ ਜਦੋਂ ਉਹ ਮਰਿਆ ਤਾਂ ਕਿਰਨ ਉੱਥੇ ਨਹੀਂ ਸੀ, ਨਹੀਂ ਤਾਂ ਪਤਾ ਨਹੀਂ ਕੀ ਦੋਸ਼ ਲਾਉਂਦੇ ਮੇਰੀ ਬੇਟੀ ਤੇ। ਕੁਲਦੀਪ ਤੋਂ ਹੋਰ ਬੈਠਿਆ ਨਹੀਂ ਜਾ ਰਿਹਾ ਸੀ। ਉਹਨੇ ਆਪਣੀ ਜੇਬ 'ਚੋਂ ਲਿਫਾਫਾ ਕੱਢ ਕੇ ਕਿਰਨ ਦੇ ਪਾਪਾ ਨੂੰ ਫੜਾਉਂਦਿਆਂ ਕਿਹਾ, ਇਹ ਅੰਕੁਰ ਨੇ ਇੰਸ਼ੋਰੈਂਸ ਕਰਾਇਆ ਸੀ, ਕਿਰਨ ਨੂੰ ਦੇ ਦੇਣਾ, ਕਲੇਮ ਕਰ ਲਏਗੀ, $2 ਲੱਖ ਮਿਲ ਜਾਣਗੇ। ਤੇ ਨਾਲ ਹੀ ਇੱਕ ਹੋਰ ਲਿਫਾਫਾ ਕੱਢ ਕੇ ਕਿਹਾ, ਇਹ ਕਿਰਨ ਦੇ ਅਮਰੀਕਾ 'ਚ ਪੱਕੇ ਹੋਣ ਦੇ ਕਾਗਜ਼ ਨੇ। ਇਹ ਸੁਣ ਕੇ ਕਿਰਨ ਦੇ ਪਾਪਾ ਥੋੜੇ ਨਰਮ ਹੋਏ ਤੇ ਪੁੱਛਣ ਲੱਗੇ, ਚਾਹ ਲਓਗੇ ਕਿ ਠੰਡਾ? ਨਹੀਂ, ਹੁਣ ਮੈਂ ਚੱਲਦਾ, ਜਿਸ ਕੰਮ ਲਈ ਆਇਆ ਸੀ ਉਹ ਹੋ ਗਿਆ। ਇਹ ਕਹਿ ਕੇ ਉਹ ਕਾਹਲੀ ਨਾਲ ਬਾਹਰ ਲੰਘ ਕੇ ਟੈਕਸੀ 'ਚ ਆ ਬੈਠਾ। ਉਹ ਕਿਰਨ ਦੇ ਪਾਪਾ ਦੇ ਸਾਹਮਣੇ ਰੋਣਾ ਨਹੀਂ ਸੀ ਚਾਹੁੰਦਾ। ਟੈਕਸੀ ਵਾਲੇ ਨੂੰ ਪਟਿਆਲੇ ਚੱਲਣ ਲਈ ਕਿਹਾ। ਕੁਲਦੀਪ ਦੇ ਜਾਣ ਤੋਂ ਮਗਰੋਂ ਕਿਰਨ ਦੇ ਪਾਪਾ ਨੇ ਕਿਰਨ ਨੂੰ ਬੁਲਾ ਕੇ ਕਿਹਾ, ਕਿਰਨ, ਤੇਰਾ ਸਹੁਰਾ ਕਿੰਨਾ ਭਲਾ ਬੰਦਾ ਲੱਗਦਾ ਸੀ। ਤੇਰਾ 2 ਲੱਖ ਦਾ ਇੰਸ਼ੋਰੈਂਸ, ਸਿਟੀਜ਼ਨ ਹੋਣ ਦੇ ਕਾਗਜ਼ ਦੇ ਗਿਆ। ਕਿਰਨ ਕੁਝ ਨਾ ਬੋਲੀ। ਉਹ ਦੱਸਦੀ ਵੀ ਕੀ? ਕਿਰਨ ਨੇ ਲਿਫਾਫੇ ਫੜ ਲਏ ਤੇ ਅੰਦਰ ਜਾ ਕੇ ਰੋਣ ਲੱਗ ਪਈ। 2 ਦਿਨ ਉਹਨੇ ਕੁਝ ਖਾਧਾ ਪੀਤਾ ਵੀ ਨਾ। ਫਿਰ ਉਹਨੇ ਆਪਣੇ ਪਾਪਾ ਨੂੰ ਅਮਰੀਕਾ ਜਾਣ ਲਈ ਸੀਟ ਬੁੱਕ ਕਰਾਉਣ ਲਈ ਆਖਿਆ। ਉਹਦੇ ਪਾਪਾ ਇਹ ਸੁਣ ਕੇ ਹੈਰਾਨ ਹੋਏ, ਪਰ ਚੁੱਪ ਹੀ ਰਹੇ। ਪਟਿਆਲੇ ਤੋਂ ਤਿੰਨੇ ਜਣੇ ਅਮਰੀਕਾ ਵਾਪਸ ਜਾਣ ਲਈ ਦਿੱਲੀ ਏਅਰਪੋਰਟ ਤੇ ਪਹੁੰਚ ਗਏ। ਇੰਦਰਾ ਉਹਨਾਂ ਨੂੰ ਏਅਰਪੋਰਟ ਤੇ ਛੱਡਣ ਆਈ ਸੀ। ਅਮਰੀਕਾ ਪਹੁੰਚ ਕੇ ਉਹਨਾਂ 'ਚੋਂ ਕਿਸੇ ਦਾ ਮਨ ਨਾ ਲੱਗਿਆ। ਉਹਨਾਂ ਨੂੰ ਘਰ ਖਾਣ ਨੂੰ ਆ ਰਿਹਾ ਸੀ। ਨੋਨੀ ਵਾਪਸ ਆਪਣੀ ਜੌਬ ਤੇ ਚਲੀ ਗਈ। ਉਹਨਾਂ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਆਖਿਰ ਅੰਕੁਰ ਨੇ ਕੀ ਕੀਤਾ। ਕਦੇ ਰੱਬ ਦਾ ਭਾਣਾ ਆਖ ਦਿੰਦੇ, ਕਦੇ ਆਪਣੇ ਅਮਰੀਕਾ ਆ ਜਾਣ ਨੂੰ ਕੋਸਦੇ। ਅੰਕੁਰ ਦੀ ਮਾਂ ਨੂੰ ਬਾਰ-ਬਾਰ ਲੱਗਦਾ ਕਿ ਮੈਂ ਅੰਕੁਰ ਦਾ ਧਿਆਨ ਨਹੀਂ ਰੱਖ ਸਕੀ। ਅੰਕੁਰ ਦੇ ਨਾਨੇ ਨੂੰ ਅੰਕੁਰ ਦੀ ਮੌਤ ਬਾਰੇ ਨਹੀਂ ਸੀ ਦੱਸਿਆ ਗਿਆ। ਉਹਨਾਂ ਦੀ ਸੰਭਾਲ ਲਈ ਸੁਰਿੰਦਰ ਨੇ ਇੱਕ ਨਰਸ ਰੱਖ ਲਈ ਸੀ। ਅੰਕੁਰ ਦੇ ਜਾਣ ਤੋਂ ਬਾਅਦ ਅੰਕੁਰ ਦੀ ਮਾਂ ਦੀ ਤਬੀਅਤ ਠੀਕ ਨਹੀਂ ਰਹਿ ਰਹੀ ਸੀ। ਉਹ ਅੰਕੁਰ ਦੇ ਖਾਲੀ ਕਮਰੇ 'ਚ ਜਾਂਦੀ, ਚੀਜ਼ਾਂ ਨੂੰ ਛੂ-ਛੂ ਕੇ ਦੇਖਦੀ, ਫਿਰ ਰੋ ਧੋ ਕੇ ਮੁੜ ਆਉਂਦੀ। ਕਦੇ ਅੰਕੁਰ ਨੂੰ ਹਾਕਾ ਮਾਰ ਕੇ ਉਲਾਂਭੇ ਦਿੰਦੀ, ਕਦੇ ਆਪਣੇ ਆਪ ਨੂੰ ਕੋਸਦੀ। ਕੁਲਦੀਪ ਨੂੰ ਲੱਗਿਆ ਕਿ ਹੁਣ ਇਸ ਘਰ 'ਚ ਹੋਰ ਨਹੀਂ ਰਿਹਾ ਜਾ ਸਕਦਾ। ਅੰਕੁਰ ਬਿਨਾਂ ਘਰ ਖਾਣ ਨੂੰ ਆ ਰਿਹਾ ਸੀ। ਅਖੀਰਲਾ ਅੰਗ 14ਵਾਂ। ਕੁਝ ਦਿਨਾਂ ਮਗਰੋਂ ਮਾਰਕੀਟ 'ਚ ਬਲਦੇਵ ਕਿਰਨ ਨੂੰ ਮਿਲਿਆ। ਉਹਨੂੰ ਅੰਕੁਰ ਦੀ ਮੌਤ ਬਾਰੇ ਪਤਾ ਲੱਗ ਗਿਆ ਸੀ। ਉਹ ਕਿਰਨ ਨੂੰ ਹੱਸ ਕੇ ਕਹਿਣ ਲੱਗਾ, ਹੁਣ ਤਾਂ ਰੱਬ ਨੇ ਸਾਰੇ ਰਾਹ ਸਾਫ਼ ਕਰ ਦਿੱਤੇ ਨੇ ਆਪਾਂ ਦੋਨਾਂ ਨੂੰ ਮਿਲਾਉਣ ਲਈ। ਹੁਣ ਤੂੰ ਆਪਣੇ ਪਾਪਾ ਨੂੰ ਆਖ ਕੇ ਉਹ ਮੇਰੇ ਡੈਡੀ ਕੋਲ ਜਾ ਕੇ ਆਪਣੇ ਦੋਹਾਂ ਦੇ ਰਿਸ਼ਤੇ ਦੀ ਗੱਲ ਕਰਨ। ਇੱਕ ਵਾਰੀ ਮੇਰੇ ਪਾਪਾ ਨੇ ਜਾ ਕੇ ਬਥੇਰੀ ਬੇਇੱਜ਼ਤੀ ਕਰਵਾ ਲਈ ਹੈ, ਕਿਰਨ ਨੇ ਕਿਹਾ। ਪਰ ਕਿਰਨ, ਹੁਣ ਹਾਲਾਤ ਹੋਰ ਨੇ, ਹੁਣ ਤਾਂ ਰੱਬ ਵੀ ਮਿਹਰਬਾਨ ਹੈ, ਬਲਦੇਵ ਨੇ ਕਿਹਾ। ਤੈਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ? ਰੱਬ ਨੂੰ ਵਿੱਚ ਲਿਆਉਣ ਦੀ ਕੀ ਤੁਕ ਬਣਦੀ ਹੈ? ਕਿਰਨ ਨੇ ਖਿੱਚ ਕੇ ਕਿਹਾ। ਹਾਂ, ਇਹ ਸਭ ਰੱਬ ਨੇ ਕੀਤਾ ਹੈ, ਨਹੀਂ ਤਾਂ ਤੂੰ ਉਡਾਰੀ ਮਾਰ ਲਈ ਸੀ, ਬਲਦੇਵ ਨੇ ਕਿਹਾ। ਕਿਰਨ ਨੇ ਕੋਈ ਜਵਾਬ ਨਾ ਦਿੱਤਾ ਤੇ ਚਲੀ ਗਈ। ਬਲਦੇਵ ਦੇ ਮਨ 'ਚ ਆਪਣੇ ਤੇ ਕਿਰਨ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਘਰ ਆ ਕੇ ਕਿਰਨ ਦਾ ਮਨ ਬਹੁਤ ਹੀ ਜ਼ਿਆਦਾ ਬੇਚੈਨ ਹੋ ਰਿਹਾ ਸੀ। ਹੁਣ ਕਿਰਨ ਗੁੰਮਸੁੰਮ ਰਹਿਣ ਲੱਗ ਪਈ ਸੀ। ਇੱਕ ਦਿਨ ਉਹਨੇ ਸ਼ਾਮ ਆਪਣੇ ਪਾਪਾ ਨੂੰ ਕਿਹਾ,
ਬਿਨਾਂ ਕਿਸੇ ਦੇ ਪਤਾ ਲੱਗਿਆ ਮੈਨੂੰ ਦਿੱਲੀ ਤੋਂ ਅਮਰੀਕਾ ਲਈ ਚੜਾਓ। ਇਹ ਗੱਲ ਸੁਣ ਕੇ ਕਿਰਨ ਦੇ ਪਾਪਾ ਬੜੇ ਹੈਰਾਨ ਹੋਏ। ਪਰ ਹੁਣ ਤੇਰਾ ਉੱਥੇ ਕੌਣ ਹੈ? ਉਹਨਾਂ ਨੇ ਪੁੱਛਿਆ। ਉਹ ਲੋਕ ਬੜੇ ਚੰਗੇ ਨੇ, ਇੱਕ ਵਾਰੀ ਤਾਂ ਉਹਨਾਂ ਦੇ ਕੋਲ ਜਾਵਾਂਗੀ ਜ਼ਰੂਰ, ਫਿਰ ਕਿਸਮਤ ਜਿੱਥੇ ਲੈ ਜਾਏਗੀ ਚਲੀ ਜਾਵਾਂਗੀ। ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਤੇ ਨਾ ਹੀ ਬਲਦੇਵ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਬਸ ਤੁਸੀਂ ਮੇਰਾ ਉੱਥੇ ਜਾਣ ਦਾ ਪ੍ਰਬੰਧ ਕਰ ਦਿਓ, ਕਿਰਨ ਨੇ ਬੜੇ ਉਦਾਸ ਹੋ ਕੇ ਕਿਹਾ। ਉਹਦੇ ਪਾਪਾ ਨੂੰ ਕੁਝ ਵੀ ਸਮਝ ਨਾ ਆਈ, ਪਰ ਫਿਰ ਵੀ ਬੇਟੀ ਦੀ ਖਾਤਰ ਮੰਨ ਹੀ ਗਏ। ਫਿਰ ਇੱਕ ਦਿਨ ਚੁੱਪਚਾਪ ਕਿਰਨ ਨੂੰ ਉਹਦੇ ਪਾਪਾ ਅਮਰੀਕਾ ਦੇ ਜਹਾਜ਼ ਤੇ ਚੜਾ ਆਏ। 20 ਘੰਟੇ ਦੇ ਸਫ਼ਰ ਕਰਕੇ ਜਦੋਂ ਅਮਰੀਕਾ ਪਹੁੰਚੀ ਤਾਂ ਆਪਣਾ ਛੋਟਾ ਜਿਹਾ ਅਟੈਚੀ ਕੇਸ ਲੈਂਦਿਆਂ ਕਸਟਮ ਕੋਲੋਂ ਲੰਘਦਿਆਂ ਆਲੇ ਦੁਆਲੇ ਉਵੇਂ ਵੇਖ ਰਹੀ ਸੀ ਜਿਵੇਂ ਹੁਣੀ ਕਿਧਰੋਂ ਅੰਕੁਰ ਆ ਕੇ ਹੈਲੋ ਕਿਰਨ ਆ ਕੇ ਉਹਦੇ ਹੱਥੋਂ ਅਟੈਚੀ ਕੇਸ ਫੜੇਗਾ। ਏਅਰਪੋਰਟ ਤੋਂ ਬਾਹਰ ਆ ਕੇ ਉਹਨੇ ਟੈਕਸੀ ਲਈ ਤੇ ਟੈਕਸੀ ਵਾਲੇ ਨੂੰ ਘਰ ਦਾ ਪਤਾ ਦੱਸਿਆ। ਅੱਧੇ ਘੰਟੇ ਮਗਰੋਂ ਟੈਕਸੀ ਉਹਨਾਂ ਦੇ ਘਰ ਦੇ ਬਾਹਰ ਜਾ ਖੜੀ ਹੋਈ। ਟੈਕਸੀ ਵਾਲੇ ਨੂੰ ਪੈਸੇ ਦੇ ਕੇ ਤੋਰਨ ਮਗਰੋਂ ਘਰ ਦਾ ਬਾਹਰਲਾ ਗੇਟ ਖੋਲ ਕੇ ਅੰਦਰ ਗਈ। ਘੰਟੀ ਵਜਾਈ। ਪਲਕੂ ਮਗਰੋਂ ਇੱਕ ਅੰਗਰੇਜ਼ ਔਰਤ ਨੇ ਬੂਹਾ ਖੋਲਿਆ ਤੇ ਪੁੱਛਿਆ, ਦੱਸੋ ਜਿਨ੍ਹਾਂ ਦਾ ਇੱਕ ਘਰ ਸੀ ਉਹ ਕਿੱਥੇ ਨੇ? ਘਬਰਾ ਕੇ ਕਿਰਨ ਨੇ ਪੁੱਛਿਆ। ਉਹ ਇੱਥੋਂ ਸ਼ਿਫਟ ਕਰ ਗਏ ਨੇ ਕਿਸੇ ਹੋਰ ਸ਼ਹਿਰ, ਉਹਨੇ ਜਵਾਬ ਦਿੱਤਾ। ਉਹਨਾਂ ਦਾ ਕੋਈ ਐਡਰੈਸ? ਕਿਰਨ ਨੇ ਪੁੱਛਿਆ। ਸੌਰੀ, ਸਾਨੂੰ ਨਹੀਂ ਪਤਾ, ਉਹਨੇ ਕਿਹਾ। ਇਹ ਸੁਣ ਕੇ ਕਿਰਨ ਪਿਛਾਂਹ ਹਟ ਗਈ। ਅੰਗਰੇਜ਼ ਔਰਤ ਨੇ ਬੂਹਾ ਬੰਦ ਕਰ ਲਿਆ। ਬਾਹਰਲੇ ਗੇਟ ਤੋਂ ਬਾਹਰ ਆ ਕੇ ਕਿਰਨ ਦੂਰ ਦੂਰ ਤੱਕ ਝਾਕੀ। ਉਹਨੂੰ ਲੱਗਾ ਜਿਵੇਂ ਸਾਰੇ ਦਾ ਸਾਰਾ ਹਨੇਰਾ ਉਸ ਉੱਤੇ ਆ ਡਿੱਗਿਆ ਹੋਵੇ। ਧੰਨਵਾਦ। ਸਮਾਪਤ।